ਉਹ ਹੈ ਕਿ ਇਸ ਅਮਰੀਕਨ ਕ੍ਰਾਂਤੀ ਦੇ ਨਾ ਸਿਰਫ ਰਾਜਨੀਤਿਕ ਕਾਰਨ ਸੀ ਬਲਕਿ ਸਮਾਜਿਕ, ਧਾਰਮਿਕ ਔਰ ਹੋਰ ਕਾਰਨ ਵੀ ਸੀ। ਜਦੋਂ ਅਸੀਂ ਸਮਾਜਿਕ ਤੇ ਧਾਰਮਿਕ ਕਾਰਨਾਂ ਦੀ ਬੇਟਾ ਗੱਲ ਕਰਦੇ ਹਾਂ ਤਾਂ ਸਮਾਜਿਕ ਤੇ ਧਾਰਮਿਕ ਕਾਰਨਾਂ ਦੇ ਵਿੱਚ ਅਸੀਂ ਕਿਹੜੇ ਇਸ਼ੂਜ਼ ਨੂੰ ਧਿਆਨ 'ਚ ਰੱਖਣਾ ਹੈ? ਜੋ ਸਾਡੇ ਰੀਤੀ ਰਿਵਾਜਾਂ ਨੂੰ ਚੈਲੰਜ ਕਰ ਰਹੇ ਸੀ। ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਜੇ ਅਸੀਂ ਇਹਨੂੰ ਸਮਾਜਿਕ ਔਰ ਧਾਰਮਿਕ ਦੇ ਨਾਲ ਚਲੋ ਇਹਨੂੰ ਪਹਿਲਾਂ ਅਸੀਂ ਸਮਾਜਿਕ ਤੇ ਧਾਰਮਿਕ ਦੇ ਪੁਆਇੰਟ ਆਫ ਵਿਊ ਨਾਲ ਹੀ ਕਰਦੇ ਹਾਂ। ਸਮਾਜਿਕ ਤੇ ਧਾਰਮਿਕ ਬੇਟਾ ਕਾਰਨਾਂ ਦਾ ਮਤਲਬ ਹੁੰਦਾ ਕਿ ਜੋ ਸਾਡੇ ਸਮਾਜ ਵਿੱਚ ਚੱਲ ਰਹੇ ਰੀਤੀ ਰਿਵਾਜ ਨੇ, ਜੋ ਸਾਡੇ ਆਪਣੇ ਵਿਸ਼ਵਾਸ, ਜਿਸ ਨੂੰ ਅਸੀਂ ਧਾਰਮਿਕ ਵਿਸ਼ਵਾਸ ਵੀ ਕਹਿ ਦਿੰਦੇ ਹਾਂ, ਉਹਦੇ ਅਨੁਸਾਰ ਸਾਡੇ ਅਪਣਾਏ ਜਾਣ ਵਾਲੇ ਰੀਤੀ ਰਿਵਾਜ ਨੇ। ਹੁਣ ਦੋਨੋਂ ਕੰਟਰੀਜ਼ ਦੇ ਸਮਾਜਿਕ ਔਰ ਧਾਰਮਿਕ ਰੀਤੀ ਰਿਵਾਜਾਂ ਦੇ ਵਿੱਚ ਬੇਟਾ ਅੰਤਰ ਸੀਗਾ, ਕਿਉਂਕਿ ਅਮਰੀਕਨ ਸੋਸਾਇਟੀ ਵਾਜ਼ ਏ ਪਿਓਰਿਟਨ ਸੋਸਾਇਟੀ। ਪਿਓਰਿਟਨ ਮੀਨਸ ਵੀ ਦੇਰ ਵਰ ਮੈਨੀ ਟਾਈਪਸ ਆਫ ਪੀਪਲ ਲਿਵਿੰਗ ਟੂਗੈਦਰ। ਤੇ ਜਿਹੜੀ ਇੰਗਲੈਂਡ ਸੋਸਾਇਟੀ ਸੀ ਬੇਸਿਕਲੀ ਉਹ ਚਰਚ ਸੀ, ਹਾਲਾਂਕਿ ਉਹਦੀ ਐਂਗਲੀਕਨ ਚਰਚ ਸੀ ਜ਼ਿਆਦਾਤਰ, ਪਰ ਉਹ ਚਰਚ ਨਾਲ ਚੱਲਦੀ ਸੀ, ਪਾਦਰੀ ਸਿਸਟਮ ਨਾਲ ਜਾਂ ਉਸ ਤਰੀਕੇ ਦੇ ਨਾਲ ਚੱਲਦੀ ਸੀ, ਜਾਂ ਬੇਸਿਕਲੀ ਈਸਾਈ ਸਨ, ਜੋ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਕਹਿ ਸਕਦੇ ਹੋ। ਔਰ ਕਿਉਂਕਿ ਬਹੁਤ ਸਾਰੇ ਲੋਕ ਕਈ ਮੁਲਕਾਂ ਤੋਂ ਆ ਕੇ ਅਮਰੀਕਾ 'ਚ ਵਸੇ ਤੇ ਉਹਨਾਂ ਦੇ ਵਿੱਚ ਇੱਕ ਪਿਓਰਿਟਨ ਸੋਸਾਇਟੀ ਸੀ, ਇਸ ਕਰਕੇ ਉਹਨਾਂ ਦੇ ਸੋਚਣ ਦੇ ਢੰਗ, ਰਹਿਣ ਦੇ ਢੰਗ, ਰੀਤੀ ਰਿਵਾਜਾਂ ਨੂੰ ਅਪਣਾਉਣ ਦੇ ਢੰਗ ਵੱਖਰੇ ਸਨ। ਉਹ ਵੱਖਰਾਪਨ ਬੇਟਾ ਕਿੱਦਾਂ ਆਉਂਦਾ? ਜਦੋਂ ਤੁਸੀਂ ਬੇਟਾ ਪੰਜਾਬ ਨੂੰ ਦੇਖਦੇ ਹੋ ਤਾਂ ਪੰਜਾਬ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਸਮਾਜ ਔਰ ਧਰਮ ਦੇ ਵਿੱਚ ਜਿਹੜੀ ਕੱਟੜਤਾ ਹੈ ਬਹੁਤ ਥੋੜ੍ਹੀ ਹੈ, ਕਿਉਂਕਿ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਆਉਣ ਦੀ ਕਲਚਰ ਸਿਖਾਈ ਗਈ ਹੈ। ਸਾਨੂੰ ਇਹ ਨਹੀਂ ਸਿਖਾਇਆ ਗਿਆ ਕਿ ਇੱਕੋ ਹੀ ਰਸਤੇ ਦੇ ਰਾਹੀਂ ਤੁਸੀਂ ਈਸ਼ਵਰ ਨੂੰ ਪ੍ਰਾਪਤ ਕਰ ਸਕਦੇ ਹੋ। ਸਾਨੂੰ ਇਹ ਸਿਖਾਇਆ ਗਿਆ ਕਿ ਜਿਹੜੇ ਮਰਜ਼ੀ ਤਰੀਕੇ ਨਾਲ ਸੱਚੇ ਮਨ ਦੇ ਨਾਲ ਯਾਦ ਕਰੋ, ਤੁਸੀਂ ਈਸ਼ਵਰ ਤੱਕ ਪਹੁੰਚ ਸਕਦੇ ਹੋ। ਤੋ ਇਸ ਕਰਕੇ ਸਾਨੂੰ ਕੋਈ ਵਿਅਕਤੀ ਜਦੋਂ ਦੂਜੇ ਢੰਗ ਨਾਲ ਵੀ ਈਸ਼ਵਰ ਦੀ ਪ੍ਰਾਰਥਨਾ ਕਰਦਾ ਤੇ ਸਾਨੂੰ ਕਦੇ ਹੈਰਾਨੀ ਨਹੀਂ ਹੁੰਦੀ, ਕਿਉਂਕਿ ਸਾਨੂੰ ਇਹ ਸਮਝ ਹੈ ਕਿ ਇਹ ਵੀ ਆਪਣੇ ਈਸ਼ਵਰ ਨੂੰ ਹੀ ਯਾਦ ਕਰਦੇ ਹੈ। ਪਰ ਜਿਹੜੀਆਂ ਆਰਥੋਡਾਕਸ ਸੁਸਾਇਟੀਆਂ ਹੁੰਦੀਆਂ, ਫੰਡਾਮੈਂਟਲਿਸਟ ਹੁੰਦੀਆਂ, ਫਨੈਟਿਕ ਹੁੰਦੀਆਂ, ਉਹ ਕਹਿੰਦੀਆਂ ਨੇ ਕਿ ਨਹੀਂ, ਸਿਰਫ ਸਾਡੇ ਤਰੀਕੇ ਦੇ ਨਾਲ ਹੀ ਈਸ਼ਵਰ ਪ੍ਰਾਪਤ ਕੀਤਾ ਜਾ ਸਕਦਾ, ਤਾਂ ਉੱਥੇ ਟਕਰਾਵ ਹੋ ਜਾਂਦਾ ਹੈ। ਸੋ ਦਿਸ ਵਾਜ਼ ਅ ਬੇਸਿਕਲੀ intellectual and philosophical difference in the thinking of the people in America and England, ਜਿਸ ਕਰਕੇ ਉਹਨਾਂ ਵਿੱਚ ਟਕਰਾਵ ਲਾਜ਼ਮੀ ਸੀ। ਅਮਰੀਕੀ ਜਿਹੜਾ ਸਮਾਜ ਹੈ ਉਹ ਬੜਾ ਸਰਲ, ਆਧੁਨਿਕ ਤੇ ਕੋਰਡੀਅਲ ਸੀ, ਇਕੱਠੇ ਰਹਿਣ ਦੀ ਉਹਦੇ 'ਚ ਪਰੰਪਰਾ ਸੀ। ਇਸ ਔਰ ਇੰਗਲੈਂਡ ਜਿਹੜਾ ਹੈਗਾ ਉਹ ਬੜਾ ਰਿਜ਼ਰਵ ਰਹਿੰਦਾ। ਤੁਸੀਂ ਦੇਖਦੇ ਨਾ ਕਿ ਅਸੀਂ ਜਦੋਂ ਪੁਰਾਣੇ ਇੰਗਲੈਂਡ ਦੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ ਤਾਂ ਦੇ ਕੀਪ ਦੈਮਸੈਲਫ ਅਪਾਰਟ ਕਿ ਵੀ ਆਰ ਸੁਪੀਰੀਅਰ, ਉਹਨਾਂ 'ਚ ਫੀਲਿੰਗ ਰਹਿੰਦੀ ਹੈ ਕਿ ਵੀ ਆਰ ਸੁਪੀਰੀਅਰ। ਔਰ ਜਿੱਦਾਂ ਮੈਂ ਤੁਹਾਨੂੰ ਕੱਲ੍ਹ ਵੀ ਸ਼ਾਇਦ ਜ਼ਿਕਰ ਕੀਤਾ ਸੀਗਾ ਕਿ ਉਹ ਹਿੰਦੁਸਤਾਨ 'ਤੇ ਵੀ ਜਦੋਂ ਕੰਟਰੋਲ ਕਰ ਰਹੇ ਸੀ ਤਾਂ ਹਿੰਦੁਸਤਾਨ ਦੇ ਹੋਟਲਾਂ ਦੇ ਬਾਹਰ ਕੀ ਲਿਖ ਕੇ ਜਾਂਦੇ ਸੀ? ਇੰਡੀਅਨਸ ਐਂਡ ਡੌਗਸ ਆਰ ਨੋਟ ਅਲਾਊਡ, ਬਿਕਾਜ਼ ਉਹ ਤੁਹਾਨੂੰ ਇਨਫੀਰੀਅਰ ਸਮਝਦੇ ਸੀ, ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਸੀ। ਔਰ ਇਹੀ ਗੱਲ ਜਦੋਂ ਧਾਰਮਿਕ ਰੀਤੀ ਰਿਵਾਜ ਅਪਣਾਉਂਦੇ ਸੀ ਤਾਂ ਉਹਨਾਂ ਵਿੱਚ ਵੀ ਆਈ। ਔਰ ਈਵਨ ਉਹਨਾਂ ਤੋਂ ਟੈਕਸ ਚੰਦਾ ਵੀ ਇਕੱਠਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਸੀਗਾ। ਔਰ ਜਿਹੜੇ ਇੰਗਲੈਂਡ ਦੇ ਚਰਚ ਦੇ ਪਾਦਰੀ ਉੱਥੇ ਆਉਂਦੇ ਸੀ, ਉਹ ਐਸ਼ ਭਰਿਆ ਜੀਵਨ ਬਤੀਤ ਕਰਦੇ ਸੀ ਔਰ ਅਮਰੀਕਨਾਂ ਦਾ ਸ਼ੋਸ਼ਣ ਹੋ ਰਿਹਾ ਸੀ। ਇਸ ਕਰਕੇ ਇਹ ਧਾਰਮਿਕ ਟਕਰਾਅ ਵੀ ਉਹਨਾਂ ਦੇ ਵਿੱਚ ਪੈਦਾ ਹੋਇਆ ਔਰ ਇਹ ਲਾਜ਼ਮੀ ਸੀ। ਪਰ ਇਸ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਬੇਟਾ ਹਮੇਸ਼ਾ ਬਣਦੀ ਹੈ ਕਦੇ ਕ੍ਰਾਂਤੀ ਦਾ ਕਾਰਨ, ਕਈ ਵਾਰੀ ਤਾਂ ਧਾਰਮਿਕ ਕਾਰਨ ਹੀ ਵੱਡਾ ਕਾਰਨ ਬਣ ਜਾਂਦੇ ਆ, ਪਰ ਕਈ ਵਾਰੀ ਉਹਦੇ ਬੈਕਗਰਾਊਂਡ ਦੇ ਵਿੱਚ ਵੀ ਇਹ ਕਾਰਨ ਹਮੇਸ਼ਾ ਹੁੰਦਾ ਹੈ। ਜਦੋਂ ਵੀ ਕਿਤੇ ਕ੍ਰਾਂਤੀ ਆਉਂਦੀ ਹੈ ਉਹ ਬੇਟਾ ਅਸੀਂ ਕਾਰਨ ਕਹਿ ਦਿੰਦੇ ਹਾਂ ਆਰਥਿਕ ਕਾਰਨ। ਆਰਥਿਕ ਕਾਰਨਾਂ ਦਾ ਮਤਲਬ ਕੀ ਹੈ ਕਿ ਆਰਥਿਕ ਤੌਰ ਤੇ ਕੀਤੀ ਜਾਣ ਵਾਲੀ ਲੁੱਟ, ਅਮਰੀਕੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਉਹਨਾਂ ਦਾ ਪੈਸਾ ਇੰਗਲੈਂਡ ਦੇ ਵਿੱਚ ਜਾਂਦਾ ਸੀ, ਜਿਹਦੇ ਕਰਕੇ ਅਮਰੀਕਾ ਦਾ ਜਿਹੜਾ ਜੀਵਨ ਪੱਧਰ ਹੈ ਉਹ ਉੱਚਾ ਨਹੀਂ ਸੀ ਹੋ ਪਾਉਂਦਾ। ਔਰ ਜਦੋਂ ਉਹਨਾਂ ਦਾ ਜੀਵਨ ਪੱਧਰ ਉੱਚਾ ਨਹੀਂ ਸੀ ਹੋ ਪਾਉਂਦਾ ਤਾਂ ਉਹ ਗਰੀਬੀ ਵੱਲ ਜਾਂਦੇ ਸੀ ਔਰ ਉਹਨਾਂ ਨੂੰ ਇਹ ਗੱਲ ਬੜੀ ਪੀੜਿਤ ਕਰਦੀ ਸੀ। ਜਿੱਦਾਂ ਅਸੀਂ ਪਿਛਲੇ ਪੁਆਇੰਟ 'ਚ ਵੀ ਪੜ੍ਹਿਆ ਵੀ ਮੈਂ ਆਤਮ ਨਿਰਭਰ ਹੋ ਗਿਆ, ਮੇਰੀ ਆਪਣੀ ਚੀਜ਼ ਮੇਰੇ ਕੋਲੇ ਸਫੀਸ਼ੀਐਂਟ ਹੈ, ਉਹਦੇ ਬਾਵਜੂਦ ਵੀ ਮੇਰੇ ਉੱਤੇ ਇੰਪੋਰਟ ਕੀਤੀ ਹੋਈ ਚੀਜ਼ ਥੋਪੀ ਜਾ ਰਹੀ ਹੈ ਔਰ ਉਹਦਾ ਪੈਸਾ, ਉਹਦਾ ਬੈਨੀਫਿਟ ਜਿਹੜਾ ਹੈਗਾ ਦੂਜੇ ਮੁਲਕ ਦੇ ਲੋਕਾਂ ਨੂੰ ਮਿਲ ਰਿਹਾ। ਇਸ ਕਰਕੇ ਉਹਦੇ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ ਜਿਹੜੀ ਸੀ ਉਹਨਾਂ ਦੇ ਵਿੱਚ ਡਿਵੈਲਪ ਹੋ ਗਈ। ਦੂਸਰਾ ਬੇਟਾ ਭੂਮੀ ਪੱਟੇ ਸੰਬੰਧੀ ਨੀਤੀ।
ਇਸ ਗੱਲ ਨੂੰ ਅਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਭੂਮੀ ਪੱਟਾ ਸੰਬੰਧੀ ਜਿਹੜੀ ਨੀਤੀ ਸੀ ਬੇਟਾ ਇਹ ਕੀ ਸੀਗੀ। ਜਦੋਂ ਅਸੀਂ ਭੂਮਾ ਪੱਟੇ ਸੰਬੰਧੀ ਨੀਤੀ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਬੇਟਾ ਤੁਸੀਂ ਇੱਕ ਗੱਲ ਇਹ ਧਿਆਨ 'ਚ ਰੱਖਣੀ ਹੈ, ਦੋ ਮੁੱਖ ਸਾਧਨਾਂ ਤੋਂ ਉਪਨਿਵੇਸ਼ ਵਾਸੀਆਂ ਦੀ ਆਮਦਨ ਦੇ ਨਾਲੋਂ ਉਹਨਾਂ ਨੂੰ ਅਲੱਗ ਕੀਤਾ ਜਾਂਦਾ ਸੀ। ਉਹ ਦੋ ਚੀਜ਼ਾਂ ਕਿਹੜੀਆਂ ਨੇ ਉਹਨੂੰ ਆਪਾਂ ਸਮਝ ਲਈਏ ਬੇਟਾ। ਇੱਕ ਸੀਗਾ ਕਿ ਜਿਹੜੇ ਆਦੀਵਾਸੀਆਂ ਦੇ ਨਾਲ ਫਰ ਚਮੜੇ ਦਾ ਵਪਾਰ, ਤੇ ਦੂਜਾ ਜੰਗਲਾਂ ਦੇ ਵੱਡੇ ਵੱਡੇ ਖੇਤਰਾਂ ਨੂੰ ਪ੍ਰਾਪਤ ਕਰਕੇ ਵੱਢਣ ਤੇ ਵੇਚਣ ਲਈ ਕੰਪਨੀਆਂ ਦੀ ਸਥਾਪਨਾ ਕਰਨੀ। ਹੁਣ ਅਮਰੀਕਾ ਦੇ ਵਿੱਚ ਜਿਹੜਾ ਫਰ ਹੈ, ਚਮੜਾ ਜਿੱਤੋਂ ਬਾਕੀ ਸਾਰੀਆਂ ਚੀਜ਼ਾਂ ਬਣਾਉਂਦੇ ਆ, ਉਹਦਾ ਵਪਾਰ ਆਦੀਵਾਸੀਆਂ ਦੇ ਕੋਲੇ ਸੀਗਾ। ਤੁਸੀਂ ਦੇਖਣਾ ਹੋਣਾ ਕਿ ਸਾਡੇ ਮੁਲਕ ਦੇ ਵਿੱਚ ਵੀ ਜਦੋਂ ਅਸੀਂ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਖਾਸ ਕਮਿਊਨਿਟੀਜ਼ ਦੇ ਕੋਲੇ ਇਹਦਾ ਅਧਿਕਾਰ ਹੁੰਦਾ ਸੀ, ਯਾਨੀ ਉਹੀ ਇਹ ਕੰਮ ਕਰਦੇ ਸੀ ਕਿਉਂਕਿ ਪ੍ਰੋਫੈਸ਼ਨਲ ਹੋ ਜਾਂਦੇ ਸੀ, ਐਕਸਪਰਟ ਵੀ ਹੋ ਜਾਂਦੇ ਸੀ, ਔਰ ਹੋਰ ਵੀ ਕਈ ਕਾਰਨ ਸਨ ਸਮਾਜਿਕ। ਤਾਂ ਇਸੇ ਤਰੀਕੇ ਦੇ ਨਾਲ ਇਹ ਉੱਥੇ ਕੰਮ ਕਰਦੇ ਸੀ। ਔਰ ਦੂਜਾ ਸੀਗਾ ਕਿ ਬੜੇ ਬੜੇ ਜੰਗਲ ਨੇ, ਤੁਹਾਨੂੰ ਪਤਾ ਕਿ ਅਮਰੀਕਾ 'ਚ ਪਾਪੂਲੇਸ਼ਨ ਘੱਟ ਹੈ, ਏਰੀਆ ਜ਼ਿਆਦਾ ਹੈ, ਤੇ ਉੱਥੋਂ ਦੇ ਜਿਹੜੇ ਜੰਗਲਾਂ ਦੇ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਦਾ ਇਸਤੇਮਾਲ ਆਪਣੇ ਲਈ ਕਰਨਾ ਤੇ ਉਹਨਾਂ ਨੂੰ ਵੇਚਣਾ। ਜਿਵੇਂ ਜੰਗਲਾਂ 'ਚੋਂ ਰਬੜ ਵੀ ਮਿਲਦੀ ਹੈ, ਲੱਕੜ ਵੀ ਮਿਲਦੀ ਹੈ, ਲੱਕੜ ਤੋਂ ਕਾਗਜ਼ ਵੀ ਬਣਦਾ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਬਣਾਉਂਦੇ ਹਾਂ, ਤਾਂ ਉਹਨਾਂ ਰਿਸੋਰਸਿਸ ਦਾ ਇਸਤੇਮਾਲ ਕਰਨਾ। ਹੁਣ ਭੂਮੀ ਦੇ ਸੱਟੇਬਾਜ਼ ਫਰ ਤੇ ਚਮੜੇ ਦੇ ਵਪਾਰੀ ਪ੍ਰਤੀ ਸੁਤੰਤਰਤਾ ਤੇ ਹਿੰਮਤ ਨਾਲ ਕੰਮ ਕਰਨ ਦੀ ਇੱਛਾ ਰੱਖਦੇ ਸਨ, ਪਰ ਬ੍ਰਿਟਿਸ਼ ਸਰਕਾਰ ਨੇ ਬੜੀ ਕਠੋਰ ਨੀਤੀ ਅਪਣਾਈ। ਉਹਨੇ ਵਪਾਰੀਆਂ ਤੇ ਸੱਟੇਬਾਜ਼ਾਂ ਦਾ ਕੰਮ ਕਰਨਾ ਔਖਾ ਕਰਤਾ। ਕਿਉਂ? ਵੀ ਜੇ ਮੰਨ ਲਓ ਤੁਹਾਨੂੰ 10 ਰੁਪਏ ਪ੍ਰੋਫਿਟ, ਉਹ ਕਹਿੰਦੇ ਜੀ 8 ਰੁਪਏ ਮੈਨੂੰ ਦਿਓ, ਤੇ ਬੰਦਾ ਕਹਿੰਦਾ ਮੈਂ 2 ਰੁਪਏ ਪਿੱਛੇ ਪਰ ਮੈਂ ਕੰਮ ਨਹੀਂ ਕਰ ਸਕਦਾ ਕਿਉਂਕਿ ਕਈ ਵਾਰੀ ਲੋਸ ਵੀ ਹੋ ਜਾਂਦਾ। 1763 ਵਿੱਚ ਡਿਕਲੇਰੇਸ਼ਨ ਕੀਤੀ ਗਈ ਕਿ ਜਿਹੜੇ ਅਲਸੇਸ਼ੀਅਨ ਪਹਾੜਾਂ ਦੀ ਚੋਟੀ ਤੱਕ ਦੀਆਂ ਬਸਤੀਆਂ ਸਥਾਪਿਤ ਕਰ ਰਹੀਆਂ ਗਈਆਂ, ਔਰ ਇਸ ਤੋਂ ਪਿੱਛੇ ਸਮਰਾਟ ਦੀ ਆਗਿਆ ਦੇ ਨਾਲ ਮਾਲ ਵੇਚਿਆ ਜਾ ਸਕਦਾ ਸੀ, ਬਿਨਾਂ ਉਸ ਦੀ ਆਗਿਆ ਤੋਂ ਨਾ ਮਾਲ ਖਰੀਦਿਆ ਜਾ ਸਕਦਾ ਸੀ। ਤੋ ਯਾਨੀ ਮਾਲ ਨੂੰ ਵੇਚਣ ਤੇ ਖਰੀਦਣ ਵੀ ਕਿਹਨੇ ਖਰੀਦਣਾ, ਕਿਹਨੇ ਵੇਚਣਾ, ਇਹਦਾ ਕੰਟਰੋਲ ਵੀ ਇੰਗਲੈਂਡ ਦੇ ਹੁਕਮਰਾਨਾਂ ਨੇ ਆਪਣੇ ਹੱਥਾਂ 'ਚ ਲੈ ਲਿਆ ਤੇ ਆਪਣੀਆਂ ਕੰਪਨੀਆਂ ਨੂੰ ਦੇ ਦਿੱਤਾ, ਜਿਹਦੇ ਨਾਲ ਉੱਥੋਂ ਦੇ ਰਹਿਣ ਵਾਲੇ ਲੋਕ ਜੋ ਇਹ ਵਪਾਰ ਕਰ ਰਹੇ ਸਨ ਉਹਨਾਂ ਦੇ ਲਈ ਜੀਣਾ ਔਖਾ ਹੋ ਗਿਆ। ਔਰ ਇਹੀ ਕੰਮ ਨਾ ਸਿਰਫ ਇਹਨਾਂ ਦੇ ਉੱਤੇ ਬਲਕਿ ਇੱਕ ਟ੍ਰੇਡ ਐਕਟ ਲਾਇਆ ਗਿਆ, ਜਿਹਨੂੰ ਅਸੀਂ ਵਪਾਰ ਐਕਟ ਕਹਿ ਦਿੰਦੇ ਆ, ਜਿਹਦੇ ਨਾਲ ਉਪਨਿਵੇਸ਼ ਵਾਲੇ ਤੰਬਾਕੂ, ਚੀਨੀ, ਕਾਵਾ, ਕਪਾਹ, ਉਹ ਕਹਿੰਦੇ ਜੇ ਤੁਸੀਂ ਕਿਸੇ ਮੁਲਕ 'ਚ ਭੇਜਣੀ ਹੈ ਤਾਂ ਸਿਰਫ ਕਿਹੜੇ ਮੁਲਕ 'ਚ ਭੇਜਣੀ ਹੈ? ਸਿਰਫ ਔਰ ਸਿਰਫ ਇੰਗਲੈਂਡ 'ਚ ਭੇਜਣੀ ਹੈ। ਤੇ ਜਦੋਂ ਬੇਟਾ ਤੁਹਾਨੂੰ ਦੂਜੇ ਮੁਲਕਾਂ ਦੇ ਨਾਲ ਵਪਾਰ ਕਰਨ ਤੋਂ ਰੋਕ ਦਿੱਤਾ ਗਿਆ ਤਾਂ ਉਹਦਾ ਮਤਲਬ ਕੀ ਹੈ ਕਿ ਜਿਹੜਾ ਤੁਸੀਂ ਸਿਰਫ ਇੰਗਲੈਂਡ 'ਚ ਮਾਲ ਭੇਜਣਾ ਹੈ ਤੇ ਇੰਗਲੈਂਡ ਕਹੂਗਾ ਕਿ ਮੈਂ ਤਾਂ ਇਹ 15 ਰੁਪਏ ਦੇ ਹਿਸਾਬ ਨਾਲ ਲੈਣਾ, ਤਾਂ ਤੁਹਾਡੇ ਕੋਲੇ ਕੋਈ ਚੁਆਇਸ ਨਹੀਂ ਕਿ ਤੁਸੀਂ ਉਹਨੂੰ 15 ਰੁਪਏ ਤੋਂ ਇਲਾਵਾ ਕਿਸੇ ਹੋਰ ਰੇਟ 'ਚ ਦਿਓ ਜਾਂ ਨਹੀਂ ਵੇਚੋਗੇ। ਜੇ ਵੇਚੋਗੇ ਤਾਂ 15 'ਚ, ਜੇ ਨਹੀਂ ਵੇਚੋਗੇ ਤਾਂ ਮਾਲ ਖਰਾਬ ਹੋ ਜਾਣਾ ਹੈ, ਫਿਰ ਤੁਹਾਡੇ ਕੋਲੇ ਚੁਆਇਸ ਹੀ ਕੋਈ ਨਹੀਂ। ਇਸੇ ਤਰੀਕੇ ਦੇ ਨਾਲ ਹੋਰ ਪਾਬੰਦੀਆਂ ਲਾਈਆਂ ਗਈਆਂ। ਇੰਗਲੈਂਡ ਨੇ ਉਪਨਿਵੇਸ਼ਾਂ ਉੱਤੇ ਉੱਨੀ ਕੱਪੜਾ, ਫਲਾਦ, ਸੂਤੀ ਕੱਪੜਾ ਦੇ ਨਿਰਮਾਣ ਉੱਤੇ ਰੋਕ ਲਾਤੀ ਵੀ ਤੁਸੀਂ ਆਪਣਾ ਨਹੀਂ ਬਣਾਉਣਾ। ਕਿਹੜਾ ਖਰੀਦਣਾ ਹੈ? ਜਿਹੜਾ ਇੰਗਲੈਂਡ ਤੋਂ ਬਣ ਕੇ ਆਊਗਾ। ਤਾਂ ਬੇਟਾ ਇਹ ਸਾਰੀਆਂ ਚੀਜ਼ਾਂ ਦੇ ਨਾਲ ਇੰਗਲੈਂਡ ਨੂੰ ਤਾਂ ਬੈਨੀਫਿਟ ਹੋਇਆ, ਲੇਕਿਨ ਅਮਰੀਕਾ ਵਾਸੀਆਂ ਦੀ ਜਿਹੜੀ ਹਾਲਤ ਸੀਗੀ ਉਹ ਮਾੜੀ ਹੁੰਦੀ ਚਲੀ ਗਈ, ਔਰ ਉੱਥੇ ਰੇਟ ਵੱਧਦੇ ਚਲੇ ਗਏ, ਮਹਿੰਗਾਈ ਵੱਧਦੀ ਚਲੀ ਗਈ, ਔਰ ਅਮਰੀਕਾ ਵਾਸੀਆਂ ਦਾ ਪੈਸਾ ਇੰਗਲੈਂਡ ਦੇ ਵਿੱਚ ਜਾਂਦਾ ਰਿਹਾ। ਇਹ ਸਾਰੇ ਕਾਰਨ ਬਣੇ। ਇਹ ਹਾਲਾਤ ਜਦੋਂ ਵੱਧਦੇ ਚਲੇ ਗਏ ਤਾਂ 1763 ਦੇ ਵਿੱਚ ਬੇਟਾ ਅਮਰੀਕਾ ਦੇ ਅੰਦਰ ਤੁਸੀਂ ਕਹਿ ਲਓ ਵੀ ਪ੍ਰਧਾਨ ਮੰਤਰੀ ਬਣਿਆ, ਜਿਹਦਾ ਨਾਮ ਸੀ ਗ੍ਰੇਨਵਿਲ। ਕੀ ਨਾਮ ਸੀਗਾ ਉਸਦਾ? ਗ੍ਰੇਨਵਿਲ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਅਮਰੀਕਾ। ਉਹਨੇ ਕਿਹਾ ਵੀ ਮੈਂ ਇਹਨਾਂ ਦਾ ਇੱਕ ਨਵੇਂ ਤਰੀਕੇ ਤੋਂ ਸੰਚਾਲਨ ਕਰਨਾ। ਉਹਨੇ 3 ਪਾਲਿਸੀਆਂ ਅਪਣਾਈਆਂ। ਇਹਨਾਂ ਨੂੰ ਧਿਆਨ ਨਾਲ ਸੁਣ ਲੈਣਾ ਕਿ 3 ਪਾਲਿਸੀਆਂ ਕਿਹੜੀਆਂ ਅਪਣਾਈਆਂ। ਨੌਚਾਲਨ ਕਾਨੂੰਨ ਨੂੰ ਲਾਗੂ ਕਰਨਾ, ਯਾਨੀ ਨੇਵੀ, ਸਮੁੰਦਰ ਦੇ ਰਸਤੇ, ਉਪਨਿਵੇਸ਼ਾਂ ਉੱਤੇ ਟੈਕਸ ਲਾਣਾ, ਔਰ ਤੀਸਰਾ ਅਮਰੀਕਾ ਵਿੱਚ ਸਥਾਈ ਸੈਨਾ ਰੱਖਣਾ। ਹੁਣ ਇਹ ਤਿੰਨਾਂ ਦਾ ਹੀ ਨੁਕਸਾਨ ਅਮਰੀਕਾ ਵਾਸੀਆਂ ਨੂੰ ਸੀ। ਨੇਵੀ ਸੰਬੰਧੀ ਕਾਨੂੰਨ ਬਣਾਏ, ਅਮਰੀਕਨਸ ਦੀ ਫਰੀडम ਖਤਮ ਹੋ ਗਈ।
ਅਮਰੀਕਾ 'ਚ ਫੌਜ ਰੱਖੀ ਜਾਊਗੀ, ਉਹਦਾ ਖਰਚ ਅਮਰੀਕੀਆਂ ਦੇ ਉੱਤੇ ਪਊਗਾ। ਔਰ ਉਪਨਿਵੇਸ਼ਾਂ ਉੱਤੇ ਟੈਕਸ ਲਾਏ ਜਾਣਗੇ, ਉਹ ਟੈਕਸ ਦੇ ਨਾਲ ਉੱਥੇ ਮਹਿੰਗਾਈ ਹੋਰ ਵਧੇਗੀ ਔਰ ਉੱਥੋਂ ਦੇ ਲੋਕਾਂ ਦੀ ਆਮਦਨ ਹੋਰ ਘਟੇਗੀ। ਤੋ ਇਹਨਾਂ ਨੀਤੀਆਂ ਦਾ ਉੱਥੇ ਬੇਟਾ ਵਿਰੋਧ ਹੋਇਆ। ਉਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਇੱਕ ਰਿਟ ਆਫ ਅਸਿਸਟੈਂਸ ਜਾਰੀ ਕੀਤੀ ਨੋ ਚਾਲਣ ਕਾਨੂੰਨ ਦੇ ਸੰਬੰਧੀ। ਉਹਨੇ ਇਹ ਅਧਿਕਾਰ ਦੇ ਦਿੱਤੇ ਕਿ ਜਿਹੜੇ ਇੰਗਲੈਂਡ ਦੇ ਲੋਕ ਨੇ ਉਹ ਅਮਰੀਕਾ ਦੇ ਕਿਸੇ ਵੀ ਜਹਾਜ਼ਾਂ ਨੂੰ ਆਉਣ ਵਾਲੇ ਜਾਣ ਵਾਲਿਆਂ ਨੂੰ ਉਹਦੀ ਤਲਾਸ਼ੀ ਲੈ ਸਕਦੇ ਨੇ। ਉਹ ਕਿਸੇ ਵੀ ਅਨਾਜ ਦੇ ਗੋਦਾਮ, ਸਟੋਰ ਜਾਂ ਨਿੱਜੀ ਰਹਿਣ ਵਾਲੀ ਥਾਂ ਤੇ ਪਹੁੰਚ ਕੇ ਉਹਦੀ ਤਲਾਸ਼ੀ ਲੈ ਸਕਦੇ ਨੇ। ਉਹਨਾਂ ਨੂੰ ਉਤਸ਼ਾਹਿਤ ਕਰਨ ਤੋਂ ਹਟਾ ਦਿੱਤਾ ਗਿਆ। ਔਰ ਇਸ ਗੱਲ ਨੂੰ ਹੋਰ ਜ਼ਿਆਦਾ ਹਵਾ ਦੇਣ ਦੇ ਲਈ ਅਮਰੀਕਾ ਦੀ ਇੱਕ ਬੰਦਰਗਾਹ ਹੈ ਬੋਸਟਨ, ਉਹਦਾ ਜ਼ਿਕਰ ਬਾਅਦ 'ਚ ਵੀ ਆਏਗਾ, ਬੋਸਟਨ ਟੀ ਪਾਰਟੀ। ਉੱਥੇ ਬੋਸਟਨ ਸ਼ਹਿਰ ਦਾ ਇੱਕ ਵਕੀਲ ਵੀ ਉੱਥੇ ਪਹੁੰਚ ਗਿਆ। ਉਹਦਾ ਨਾਮ ਸੀ ਜੇਮਸ ਓਟਿਸ। ਉਹ ਪਹਿਲਾਂ ਸਮਰਾਟ ਦਾ ਵਕੀਲ ਹੋਇਆ ਕਰਦਾ ਸੀ। ਉਹਨੇ ਆਪਣੇ ਪਦ ਤੋਂ ਤਿਆਗ ਪੱਤਰ ਦੇ ਦਿੱਤਾ ਜਦੋਂ ਉਹਨੇ ਹਾਲਾਤ ਦੇਖੀ, ਤਾਂ ਫਿਰ ਉਸਨੇ ਜਿਹੜਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਨਾ ਸਟਾਰਟ ਕੀਤਾ। ਉਹਨੇ ਕਿਹਾ ਕਿ ਸਹਾਇਤਾ ਦੇ ਲੇਖ ਜਾਂ ਆਮ ਤਲਾਸ਼ੀ ਦੇ ਵਾਰੰਟ ਜਾਰੀ ਕਰਨ ਦਾ ਮੁੱਲ ਇੰਗਲੈਂਡ ਦੇ ਇੱਕ ਸਮਰਾਟ ਨੇ ਆਪਣਾ ਸਿੰਘਾਸਨ ਦੇ ਕੇ ਚੁਕਾਇਆ ਸੀ। ਅਮਰੀਕਾ ਦੀ ਜਨਤਾ ਨੂੰ ਇਸ ਦੀ ਵਿਰੋਧਤਾ ਕਰਨੀ ਚਾਹੀਦੀ ਸੀ। ਔਰ ਇੱਥੋਂ ਦੀ ਜਿਹੜੀ ਹੈ ਅਮਰੀਕਨ ਵਾਸੀਆਂ ਦੇ ਮਨਾਂ 'ਚ ਜਿਹੜੀ ਚਿੰਗਾਰੀ ਸੀ ਵਿਰੋਧ ਕਰਨ ਦੀ, ਉਹ ਹੋਰ ਵਧਣੀ ਸਟਾਰਟ। ਐਦਾਂ ਹੀ ਬੇਟਾ ਇੱਕ ਹੋਰ ਕਾਨੂੰਨ ਲਾ ਦਿੱਤਾ ਗਿਆ। ਉਹ ਕੀ ਸੀਗਾ? ਸਟੈਂਪ ਐਕਟ। ਜਿਵੇਂ ਸਾਡੇ ਵੀ ਚੱਲਦੇ ਆ ਨਾ, ਜਦੋਂ ਰਜਿਸਟਰੀ ਕਰਾਉਂਦੇ ਆ ਤਾਂ ਅਸੀਂ ਰਜਿਸਟਰੀ ਦੇ ਪੈਸੇ ਦਿੰਦੇ ਹਾਂ, ਉਹਨੀਆਂ ਟਿਕਟਾਂ ਖਰੀਦਦੇ ਜਾਂ ਸਟਾਂਪ ਪੇਪਰ ਖਰੀਦਦੇ ਹਾਂ। ਸਟੈਂਪ ਮੀਨਸ ਸਟਾਂਪ ਪੇਪਰ। ਤੋ ਉਹਨੇ ਪੈਸਾ ਇਕੱਠਾ ਕਰਨ ਦੇ ਲਈ 1765 ਦੇ ਵਿੱਚ ਗ੍ਰੇਨਵਿਲ ਨੇ ਕੀ ਕੀਤਾ? ਸਟੈਂਪ ਐਕਟ ਸੰਸਦ ਵਿੱਚ ਪਾਸ ਕਰ ਦਿੱਤਾ ਕਿ ਸਰਕਾਰੀ ਕਾਗਜ਼ਾਂ ਦੀ ਫੀਸ ਨਿਸ਼ਚਿਤ ਕਰ ਦਿੱਤੀ ਵੀ ਇੰਨੀ ਫੀਸ ਤੁਹਾਨੂੰ ਦੇਣੀ ਪਊਗੀ ਇਸ ਕੰਮ ਨੂੰ ਮਨਜ਼ੂਰ ਕਰਾਉਣ ਦੇ ਲਈ। ਔਰ ਉਹਦੇ ਨਾਲ ਕੀ ਹੋਇਆ? ਸਰਕਾਰ ਆਪਣੀ ਆਮਦਨ ਵਧਾਉਣਾ ਚਾਹੁੰਦੀ ਸੀ, ਪਰ ਅਮਰੀਕੀਆਂ ਨੇ ਇਹਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਡੇ ਰਿਪਰੈਜ਼ੈਂਟੇਟਿਵ ਇਹਦੇ ਵਿੱਚ ਨਹੀਂ ਬੈਠੇ, ਸਾਡੀ ਗੱਲ ਨਹੀਂ ਸੁਣੀ ਜਾਂਦੀ, ਉਨੀ ਦੇਰ ਤੱਕ ਅਸੀਂ ਜਿਹੜਾ ਹੈ ਇਸ ਨੂੰ ਨਹੀਂ ਮੰਨਣਾ। ਔਰ ਈਵਨ ਇਹਦਾ ਵਿਰੋਧ ਵੀ ਹੋਇਆ। ਔਰ ਈਵਨ 1766 ਦੇ ਵਿੱਚ ਵਿਰੋਧ ਇੰਨਾ ਵੱਧ ਗਿਆ ਕਿ ਇੰਗਲੈਂਡ ਨੂੰ ਇਹ ਜਿਹੜਾ ਐਕਟ ਸੀਗਾ ਉਹ ਰੱਦ ਕਰਨਾ ਪਿਆ। ਇਹਦੇ ਤੀਸਰਾ ਸਟੈਪ ਉਹਨੇ ਕੀ ਚੱਕਿਆ 1765 'ਚ? ਇਹਦੇ ਨਾਲ ਬੇਟਾ ਸਿੱਟਾ ਕੀ ਨਿਕਲਿਆ ਕਿ 1765 ਦੇ ਵਿੱਚ ਗ੍ਰੇਨਵਿਲ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਦੀ ਪਦਵੀ ਤੋਂ ਉਸ ਨੂੰ ਹਟਾ ਦਿੱਤਾ ਗਿਆ ਔਰ ਉਹਦੀ ਥਾਂ ਤੇ ਰੁਕਿੰਗਮ ਨਵਾਂ ਪ੍ਰਧਾਨ ਮੰਤਰੀ ਬਣਿਆ। ਉਹਨੇ ਐਕਟ ਰੱਦ ਕੀਤਾ, ਸਟੈਂਪ ਐਕਟ। ਔਰ ਉਸ ਤੋਂ ਬਾਅਦ ਸਟੈਂਪ ਐਕਟ ਉਸਨੇ ਜਿਹੜਾ ਸੀਗਾ ਇੱਕ ਤੁਸੀਂ ਕਹ ਲਓ ਵੀ ਨਵੇਂ ਢੰਗ ਦੇ ਨਾਲ ਪਾਸ ਕਰਨ ਦੀ ਕੋਸ਼ਿਸ਼ ਉਹਨੇ ਡਿਕਲੇਅਰ ਕੀਤਾ। ਪਰ ਅਮਰੀਕਾ ਦੇ ਲੋਕ ਇਸ ਐਕਟ ਨਾਲ ਵੀ ਸ਼ਾਂਤ ਨਹੀਂ ਹੋਏ। ਉਹਨਾਂ ਦੀ ਇਹੀ ਆਵਾਜ਼ ਸੀ ਕਿ ਬਿਨਾਂ ਸਾਡੇ ਰਿਪਰੈਜ਼ੈਂਟੇਟਿਵ ਦੀ ਗੱਲ ਸੁਣੇ, ਬਿਨਾਂ ਸਾਡੀ ਗੱਲ ਸੁਣੇ, ਬਿਨਾਂ ਸਾਡੀ ਮੌਜੂਦਗੀ ਤੋਂ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਇੰਗਲੈਂਡ ਦੀ ਸਰਕਾਰ ਸਾਡੇ ਉੱਤੇ ਨਾ ਲਗਾਏ। ਜਿੱਦਾਂ ਅਸੀਂ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਸੀ ਨਾ ਵੀ ਇਸ ਕਮਿਸ਼ਨ 'ਚ ਸਾਡਾ ਰਿਪਰੈਜ਼ੈਂਟੇਟਿਵ ਹੋਣਾ ਚਾਹੀਦਾ, ਬਿਨਾਂ ਸਾਡੀ ਗੱਲ ਸੁਣੇ ਤੁਸੀਂ ਕਾਨੂੰਨ ਪਾਸ ਨਹੀਂ ਕਰਨਾ, ਉੱਦਾਂ ਹੀ ਇਹ ਅਮਰੀਕਾ ਵਾਸੀਆਂ ਨੇ ਉਸ ਟਾਈਮ ਵਿਰੋਧ ਕਰਨਾ ਸਟਾਰਟ ਕੀਤਾ। ਔਰ ਉਸ ਤੋਂ ਬਾਅਦ ਬੇਟਾ ਇੱਕ ਹੋਰ ਕਾਨੂੰਨ ਪਾਸ ਕੀਤਾ ਗਿਆ, ਉਹਨੂੰ ਕਹਿੰਦੇ ਟਾਊਨਸ਼ੈਂਡ ਐਕਟ ਜਾਂ ਸੀਮਾ ਕਰ। ਟਾਊਨਸ਼ੈਂਡ ਜਿਹੜਾ ਹੈਗਾ ਉਹ ਖਜ਼ਾਨਾ ਮੰਤਰੀ ਸੀ। ਉਸਨੇ ਅਮਰੀਕੀਆਂ ਦੀ ਸਮੱਸਿਆ ਦਾ ਹੱਲ ਕਰਨ ਦਾ ਕੋਸ਼ਿਸ਼ ਕੀਤੀ ਔਰ ਇੱਕ ਐਕਟ ਪਾਸ ਕੀਤਾ ਕਿ ਇੰਗਲੈਂਡ ਤੇ ਅਮਰੀਕਾ ਦੀਆਂ ਬੰਦਰਗਾਹਾਂ ਤੇ ਪਹੁੰਚਣ ਵਾਲੇ ਚਾਹ, ਕੱਚ, ਕਾਗਜ਼ ਤੇ ਰੰਗ ਦੇ 4 ਚੀਜ਼ਾਂ ਤੇ ਕੁਝ ਹੋਰ ਸੀਗੀਆਂ, 4 ਮੇਨ। ਦੁਬਾਰਾ ਸੁਣ ਲਓ, ਚਾਹ, ਕੱਚ, ਕਾਗਜ਼ ਤੇ ਰੰਗ, ਇਹਨਾਂ ਉੱਤੇ ਇੱਕ ਸੀਮਾ ਟੈਕਸ ਲਗਾਇਆ ਗਿਆ। ਸਰਕਾਰ ਨੇ ਸੀਮਾ ਕਰ ਦਾ ਐਕਟ ਵੀ ਅਮਰੀਕਾ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪਾਸ ਕੀਤਾ ਸੀ, ਜਿਸ ਕਰਕੇ ਇਹਦਾ ਵੀ ਵਿਰੋਧ ਉਹਨਾਂ ਨੇ ਉਸ ਟਾਈਮ ਕੀਤਾ ਔਰ ਅਮਰੀਕਾ ਦੇ ਵਿੱਚ ਇੱਕ ਕ੍ਰਾਂਤੀ ਦਾ ਮਾਹੌਲ ਜਿਹੜਾ ਸੀਗਾ ਉਹ ਪੈਦਾ ਹੋ ਗਿਆ। ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ। ਨੈਕਸਟ ਆ ਬੇਟਾ ਬੜੀ ਇੰਪੋਰਟੈਂਟ ਘਟਨਾ ਹੈ, ਉਹਨੂੰ ਕਹਿੰਦੇ ਆ ਬੋਸਟਨ ਦਾ ਹੱਤਿਆਕਾਂਡ। ਟਾਊਨਸ਼ੈਂਡ ਦੇ ਇਹਨਾਂ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਹੋ ਗਏ ਔਰ ਉਹਨਾਂ ਅੰਦੋਲਨਾਂ ਨੂੰ ਕੁਚਲਣ ਦੇ ਲਈ ਸੈਨਾ ਨਿਯੁਕਤ ਕੀਤੀ ਗਈ। ਔਰ ਇਸੇ ਦੌਰਾਨ ਬੋਸਟਨ ਸ਼ਹਿਰ ਦੇ ਕੁਝ ਲੋਕਾਂ ਨੇ ਅੰਗਰੇਜ਼ੀ ਸੈਨਿਕਾਂ ਦੇ ਨਾਲ ਟਕਰਾਵ ਹੋਇਆ, ਕਹਿੰਦੇ ਦੁਰਵਿਵਹਾਰ ਹੋਇਆ।
ਅੰਗਰੇਜ਼ੀ ਸੈਨਿਕਾਂ ਨੇ ਗੁੱਸੇ 'ਚ ਆ ਕੇ ਕਹਿੰਦੇ ਗੋਲੀ ਚਲਾ ਦਿੱਤੀ, ਜਿਹਦੇ ਨਾਲ 4 ਲੋਕ ਮਾਰੇ ਗਏ। ਔਰ ਇਸ ਘਟਨਾ ਨੂੰ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਬੋਸਟਨ ਮਰਡਰ, ਬੋਸਟਨ ਮੈਸੈਕਰ, ਬੋਸਟਨ ਹੱਤਿਆਕਾਂਡ, ਜਿਹਦੇ ਨਾਲ ਲੋਕਾਂ ਦਾ ਸਬਰ ਟੁੱਟ ਗਿਆ। ਉਹ ਕ੍ਰਾਂਤੀ ਲਈ ਤਿਆਰ ਹੋ ਗਏ। ਉਹਨਾਂ ਨੇ ਇੱਕ ਸਭਾ ਬੁਲਾਈ, ਸਭਾ 'ਚ ਮਤਾ ਪਾਸ ਕੀਤਾ ਕਿ ਬ੍ਰਿਟਿਸ਼ ਸਰਕਾਰ ਸੈਨਾ ਨੂੰ ਆਪਣੇ ਇਸ ਸ਼ਹਿਰ ਤੋਂ ਤੁਰੰਤ ਵਾਪਸ ਬੁਲਾ ਲਵੇ, ਤੇ ਜਿਹਦੇ ਨਾਲ ਗਰਮੀ ਦਾ ਮਾਹੌਲ ਪੈਦਾ ਹੋ ਗਿਆ। ਔਰ ਇਸੇ ਦੌਰਾਨ ਇੱਕ ਹੋਰ ਜਿਹੜੀ ਘਟਨਾ ਵਾਪਰ ਗਈ, 1770 ਦੇ ਵਿੱਚ ਲਾਰਡ ਨਾਰਥ ਪ੍ਰਾਈਮ ਮਿਨਿਸਟਰ ਬਣਿਆ। ਉਹਨੇ ਟਾਊਨਸੈਂਡ ਦੇ ਕਾਨੂੰਨ ਤਾਂ ਵਾਪਸ ਲੈ ਲਏ, ਪਰ ਚਾਹ ਉੱਤੇ ਟੈਕਸ ਲੱਗਿਆ ਰਹਿਣ ਦਿੱਤਾ। ਤੇ ਜਿਹੜੇ ਅਮਰੀਕਨ ਸੀ ਉਹ ਕਹਿੰਦੇ ਸੀ ਨਹੀਂ, ਇਹ ਵੀ ਚਾਹ ਉੱਤੇ ਵੀ ਟੈਕਸ ਹਟਾਇਆ ਜਾਏ, ਕਿਉਂਕਿ ਇਹ ਸਾਡੀ ਆਜ਼ਾਦੀ ਦੇ ਉੱਤੇ ਇੱਕ ਲਗਾਮ ਹੈ, ਇਹ ਸਾਡੀ ਆਜ਼ਾਦੀ ਨੂੰ ਚੁਣੌਤੀ ਦੇ ਰਿਹਾ। ਤਾਂ 1773 ਚ ਚਾਹ ਦੇ 3 ਭਰੇ ਹੋਏ ਜਹਾਜ਼ ਬੋਸਟਨ ਦੀ ਬੰਦਰਗਾਹ ਤੇ ਪਹੁੰਚੇ, ਤੇ ਜਿਹੜੇ ਅਮਰੀਕਨ ਸੀਗੇ ਉਹਨਾਂ ਨੇ ਰੈੱਡ ਇੰਡੀਅਨਸ ਦਾ ਭੇਸ਼ ਪਾ ਕੇ ਜਹਾਜ਼ਾਂ 'ਚ ਗਏ, ਤੇ 340 ਪੇਟੀਆਂ ਚਾਹ ਦੀਆਂ ਚੱਕ ਕੇ ਸਮੁੰਦਰ ਦੇ ਵਿੱਚ ਸਿੱਟ ਦਿੱਤੀਆਂ। ਉਹ ਇਹ ਘਟਨਾ ਨੂੰ ਕਿਹਾ ਜਾਂਦਾ ਬੋਸਟਨ ਟੀ ਪਾਰਟੀ, ਵੀ ਚਾਹ ਦੀ ਪਾਰਟੀ ਹੋ ਗਈ। 340 ਪੇਟੀਆਂ ਚਾਹ ਦੀਆਂ ਸਮੁੰਦਰ 'ਚ ਡੁਬੋ ਦਿੱਤੀਆਂ। ਤੋ ਜਿਹਦੇ ਨਾਲ ਇੰਗਲੈਂਡ ਦਾ ਜਿਹੜਾ ਸ਼ਾਸਕ ਸੀਗਾ ਉਹ ਇਹਨੂੰ ਸਹਾਰ ਨਹੀਂ ਸੀ ਸਕਦਾ, ਕਿਉਂਕਿ ਉਹਨਾਂ ਦੀ ਅਥਾਰਟੀ ਨੂੰ ਚੈਲੰਜ ਸੀ। ਇਸ ਕਰਕੇ ਉਹ ਕ੍ਰਸ਼ ਕਰਨ ਦੇ ਮੂਡ ਦੇ ਵਿੱਚ ਆ ਗਿਆ, ਤੇ ਉਹਨੇ ਕੀ ਕੀਤਾ ਕਿ ਇਹਦੇ ਖਿਲਾਫ ਸਜ਼ਾਵਾਂ ਦਿੱਤੀਆਂ ਜਾਣ। ਉਹਨੇ ਲਾਰਡ ਨਾਰਥ ਦਾ ਅਸਹਿ ਤੇ ਦੰਡ ਦੇਣ ਵਾਲਾ ਐਕਟ ਪਾਸ ਕੀਤਾ, ਜਿਹਨੂੰ ਕਹਿੰਦੇ ਇਨਟੋਲਰੇਬਲ ਐਂਡ ਪੁਨਿਟਿਵ ਐਕਟ। ਉਹਨੇ ਕੀ ਕੀਤਾ, ਇੱਕ ਐਕਟ ਪਾਸ ਕੀਤਾ ਬੋਸਟਨ ਬੰਦਰਗਾਹ ਐਕਟ ਦੁਆਰਾ ਬੋਸਟਨ ਦੀ ਬੰਦਰਗਾਹ ਨੂੰ ਵਪਾਰ ਲਈ ਬੰਦ ਕਰਤਾ ਗਿਆ। ਦੂਜਾ, ਸੀਮਾ ਕਰਦੀਆਂ ਚੌਂਕੀਆਂ ਦੀ ਬੋਸਟਨ ਤੇ ਨਿਊ ਸਲੇਮ ਵਿੱਚ ਆ ਗਈਆਂ, ਸ਼ਿਫਟ ਕਰ ਦਿੱਤੀਆਂ ਟੈਕਸ ਦੀਆਂ। ਇੱਕ ਹੋਰ ਐਕਟ ਮੈਸਾਚੂਸਟਸ ਐਕਟ ਦੁਆਰਾ ਮੈਸਾਚੂਸਟ ਦੇ ਸਵੇ ਸ਼ਾਸਨ ਦਾ ਚਾਰਟਰ ਪਿੱਛੇ ਪਾ ਦਿੱਤਾ ਗਿਆ, ਜਿਹੜਾ ਪਹਿਲਾਂ ਡਿਕਲੇਅਰ ਕੀਤਾ ਸੀ ਵੀ ਤੁਸੀਂ ਆਪਣਾ ਰਾਜ ਆਪ ਚਲਾ ਸਕਦੇ ਹੋ। ਔਰ ਚੌਥਾ ਬੇਟਾ ਜਿਹੜਾ ਪਾਸ ਕੀਤਾ ਗਿਆ ਕਿ ਮੈਸਾਚੂਸਟ ਦੇ ਕਿਸੇ ਨਗਰ ਵਿੱਚ ਸੈਨਾ ਹੁਣ ਰੱਖੀ ਜਾ ਸਕਦੀ ਸੀ, ਯਾਨੀ ਤੁਹਾਡੇ ਤੇ ਕੰਟਰੋਲ ਕੀਤਾ ਜਾ ਸਕਦਾ ਸੀ। ਇਹ ਜਦੋਂ ਹੋਇਆ ਤਾਂ 1774 ਚ ਫਿਲੇਡੈਲਫੀਆ ਚ ਅਮਰੀਕਨਾਂ ਨੇ ਇੱਕ ਕਾਨਫਰੰਸ ਬੁਲਾਈ, ਜਿਹਨੂੰ ਕਹਿੰਦੇ ਆ ਫਿਲੇਡੈਲਫੀਆ ਦੀ ਕਾਂਗਰਸ 1774। ਇੱਥੋਂ ਕ੍ਰਾਂਤੀ ਦੀ ਸ਼ੁਰੂਆਤ ਹੁੰਦੀ ਹੈ। ਇਹਨੂੰ ਅਸੀਂ ਫਿਰ ਨੈਕਸਟ ਬੇਟਾ ਆਪਣੇ ਟੌਪਿਕ 'ਚ